अरबी घोड़िਆਂ ਦੇ ਮਸਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਬੋਲੇ ਨੇ। ਉਧਰ ਬਿਕਰਮ ਮਜੀਠੀਆ ਵੱਲੋਂ ਤੱਥਾਂ ਸਮੇਤ ਉਸ ਬਿਆਨ ਦਾ ਮੋੜਵਾਂ ਜਵਾਬ ਦਿੱਤਾ ਗਿਆ। ਇਸ ਤੇ ਜ਼ਿਆਦਾ ਗੱਲਬਾਤ ਕਰਨ ਲਈ ਫੋਨ ਕਾਲ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੱਧੂ ਸਾਹਿਬ। ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ दावा ठोकिया जाता कि घोड़े इत्थे रखे हुए हैं, तो उधर तत्था समेत हुण बिक्रम मजीठिया ने मोड़मा जवाब दिता जी। देखो पहली तो गल आ ये पंजाब दा मुद्दा ही है नहीं। पंजाब दे लोकां दे नाल इस गल दा कोई सारोकार ही है नहीं गा कि मजीठीए दे 1957 दे घोड़े कित्थे आ जां कित्थे नहीं। इस गल नूं लैके पंजाबी सीरियस ही है नहीं। पर जदों मुख मंत्री भगवंत मान जिहड़े आ ओह लगातार ये गल ही करियो ही जा रहे आ, घोड़ियां दी मुद्दियां दी गल छड्ड के जदों घोड़ियां दी गल कर रहे आ और लालछन ला रहे आ किसे ते, फिर बिक्रम सिंह मजीठिया दा भी जवाब देना जिहड़ा ओह बनदा सी। पहला मैं ये दस दिना कि बिक्रम सिंह मजीठिया कहिंदे की आ, फिर आपां इह ते गल जिहड़ी आ करदे आ। बिक्रम सिंह मजीठिया दे बारे ना अज फिर बोले आ भगवंत मान एक टीवी चैनल के उपर, कहते कि घोड़े जिहड़े आ जी इन्हां दे गोरखपुर फार्म ते खड़े आ और इन्नी उम्र दे 1957 तो लैके हुण तक दे घोड़े जिहड़े पहले तो गल ये सोचण वाली है कि वो हरे वो खड़े ही आ उत्थे फार्म दे उपर। और दूजी गल ये कहंदे जी बिक्रम सिंह मजीठिया दे जिहड़े वो दादा जी सीगे, फिर उस तो बाद जदों अस्तीफा लै लिया, अस्तीफा लैण तो बाद कहंदे उन्हां नूं ऐ लग्गिया कि भाई भी कुछ ना कुछ तो दिओ, भी साडी तां बेइज्जती बड़ी हुई है। ते कहंदे फिर उस तो बाद उन्होंने उन्होंने नेपाल दे जिहड़े आ वो अंबैसडर लाता सीगा। हुण इस चीज का जवाब जिहड़ा बिक्रम सिंह मजीठिया ने ठोकमा तत्थां समेत दिता। वो कहंदे कि सीएम साहब पक्के हिल गए ने। पहला कहंदे सी भी 1957 च अस्तीफा दे दिता सीगा, कहंदे हुण कहंदा अस्तीफे तो बाद नेपाल दे अंबैसडर ला दिते सी। जिहड़ा भगवंत मान ने कहा, वो कहंदे गवर्नमेंट ऑफ इंडिया का रिकॉर्ड है, रीयल फैक्ट है, नेपाल दे अंबैसडर तां ਜਿਹੜੇ ਮਜੀਠੀਆ ਦੇ ਦਾਦਾ ਜੀ ਸੀ ਉਹ 1947 ਤੋਂ 1949 ਤੱਕ ਰਹੇ ਆ, ਜਦ ਕਿ ਭਗਵੰਤ ਮਾਨ ਕਹਿੰਦੇ ਆ ਕਿ 1957 ਵਾਲੇ ਉਸ ਘੋੜਿਆਂ ਵਾਲੀ ਗੱਲ ਤੋਂ ਬਾਅਦ ਅਸਤੀਫਾ ਲੈ ਲਿਆ ਤੇ ਬਾਅਦ ਦੇ ਵਿੱਚ ਅੰਬੈਸਡਰ ਰਹੇ ਆ। ਪਰ ਗਵਰਨਮੈਂਟ ਆਫ ਇੰਡੀਆ ਦਾ ਰਿਕਾਰਡ ਕਹਿ ਰਿਹਾ ਕਿ 1947 ਤੋਂ 1949 ਤੱਕ ਉਹ ਨੇਪਾਲ ਦੇ ਜਿਹੜੇ ਅੰਬੈਸਡਰ ਰਹੇ ਆ। ਇਹ ਤੋਂ ਸਾਫ਼ ਹੈ ਜੇ ਗਵਰਨਮੈਂਟ ਆਫ ਇੰਡੀਆ ਦਾ ਰਿਕਾਰਡ ਇਹ ਗੱਲ ਕਹਿ ਰਿਹਾ ਤਾਂ ਇਹਦਾ ਮਤਲਬ ਹੈ ਕਿ ਮੁੱਖ ਮੰਤਰੀ ਸਾਹਿਬ ਝੂਠ ਬੋਲ ਰਹੇ ਆ। ਹੁਣ ਇਹ ਗੱਲ ਦਾ ਨਹੀਂ ਪਤਾ ਕਿ ਮੁੱਖ ਮੰਤਰੀ ਸਾਹਿਬ ਜਾਣ ਕੇ ਝੂਠ ਬੋਲ ਰਹੇ ਆ ਜਾਂ ਫਿਰ ਉਹ ਬਿਨਾਂ ਕੁਝ ਚੈੱਕ ਕੀਤੇ ਹੀ ਆਪਣੇ ਸਲਾਹਕਾਰਾਂ ਦੀ ਮੰਨ ਕੇ ਝੂਠ ਬੋਲ ਰਹੇ ਆ ਜੀ। ਤੇ ਦੂਜੇ ਪਾਸੇ ਉਹ ਕਹਿੰਦੇ ਕਿ 1952 ਤੋਂ ਲੈ ਕੇ 1962 ਤੱਕ ਜਿਹੜੇ ਹੈ ਸੁਰਜੀਤ ਸਿੰਘ ਮਜੀਠਾ ਜਿਹੜੇ ਕਿ ਮਜੀਠੀਆ ਦੇ ਦਾਦਾ ਜੀ ਸੀ, ਕਹਿੰਦੇ ਕਿ ਮੰਤਰੀ ਰਹੇ, ਕਦੇ ਅਸਤੀਫਾ ਦਿੱਤਾ ਹੀ ਨਹੀਂ। ਹੁਣ ਦੇਖੋ ਇਹ ਵੀ ਜੇ ਰਿਕਾਰਡ ਚੈੱਕ ਕਰੋ ਉਹ 1962 ਤੱਕ ਮੰਤਰੀ ਰਹੇ ਆ ਤੇ ਮੁੱਖ ਮੰਤਰੀ ਸਾਹਿਬ ਆਪਣੇ ਕਹਿ ਰਹੇ ਆ ਕਿ 1957 ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਹੁਣ ਦੋਨੇ ਚੀਜ਼ਾਂ ਇੱਥੇ ਝੂਠੀਆਂ ਪਾਈਆਂ ਜਾ ਰਹੀਆਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ। ਪਹਿਲੀ ਇਹ ਕਿ ਉਹਨਾਂ ਨੇ ਅਸਤੀਫਾ ਕਦੇ ਦਿੱਤਾ ਹੀ ਨਹੀਂ। ਇਹ ਕਹਿੰਦੇ ਕਿ ਘੋੜਿਆਂ ਵਾਲੀ ਗੱਲ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ, ਯਾਨੀ ਕਿ ਗਵਰਨਮੈਂਟ ਆਫ ਇੰਡੀਆ ਦਾ ਰਿਕਾਰਡ ਇਹ ਗੱਲ ਕਹਿ ਰਿਹਾ ਕਿ ਉਹਨਾਂ ਨੇ ਕਦੇ ਅਸਤੀਫਾ ਜਿਹੜਾ ਉਹ ਦਿੱਤਾ ਹੀ ਨਹੀਂ ਤੇ ਬਾਅਦ ਤੱਕ ਉਹ ਮੰਤਰੀ ਰਹੇ ਨੇ। ਔਰ ਇਹ ਦੂਜੀ ਗੱਲ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਮੰਤਰੀ ਲਾਉਣ ਤੋਂ ਬਾਅਦ ਮਿਹਨਤਾਂ ਕਰਕੇ ਉਹ ਨੇਪਾਲ ਦੇ ਅੰਬੈਸਡਰ ਲੱਗੇ, ਪਰ ਉਹ ਨੇਪਾਲ ਦੇ ਅੰਬੈਸਡਰ ਤਾਂ 1947 ਤੋਂ 1949 ਤੱਕ ਜਿਹੜਾ ਉਹ ਰਹੇ ਆ। ਇਹ ਮੈਂ ਨਹੀਂ ਕਹਿੰਦਾ, ਇਹ ਬਿਕਰਮ ਸਿੰਘ ਮਜੀਠੀਆ ਨਹੀਂ ਕਹਿ ਰਹੇ, ਤੁਸੀਂ ਨਹੀਂ ਕਹਿ ਰਹੇ ਜਾਂ ਲੋਕ ਨਹੀਂ ਕਹਿ ਰਹੇ, ਇਹ ਗਵਰਨਮੈਂਟ ਆਫ ਇੰਡੀਆ ਦਾ ਰਿਕਾਰਡ ਜਿਹੜਾ ਉਹ ਕਹਿ ਰਿਹਾ। ਤਾਂ ਫਿਰ ਗੱਲ ਜਿਹੜੀ ਉਹ ਬਣਦੀ ਹੋਈ ਨਹੀਂ। ਫਿਰ ਉਸ ਤੋਂ ਬਾਅਦ ਚੋਂ ਬਿਕਰਮ ਸਿੰਘ ਮਜੀਠੀਆ ਲਿਖਦੇ ਨੇ ਕਿ ਭਾਰਤ ਸਰਕਾਰ ਦੀ ਲੋਕ ਸਭਾ ਅਫੀਸ਼ੀਅਲ ਵੈਬਸਾਈਟ ਤੇ ਸਾਰੇ ਤੱਥ ਜਿਹੜੇ ਉਹ ਦਰਜ ਹੈਗੇ ਆ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੀਐਮ ਸਾਹਿਬ ਸ਼ਰਾਬ ਹੁਣ ਦਿਮਾਗ ਤੇ ਅਸਰ ਜ਼ਿਆਦਾ ਕਰ ਰਹੀ ਹੈ ਤੇ ਥੋੜਾ ਘੱਟ ਪੀਓ ਜਨਾਬ, ਤੁਹਾਨੂੰ ਸਖਤ ਆਰਾਮ ਤੇ ਇਲਾਜ ਦੀ ਲੋੜ ਹੈ। ਯਾਨੀ ਕਿ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਠੋਕਵਾਂ ਜਵਾਬ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੱਥਾਂ ਤੇ ਫੈਕਟਾਂ ਤੇ ਜਿਹੜਾ ਉਹ ਦਿੱਤਾ ਗਿਆ। ਔਰ ਪਹਿਲੀ ਤਾਂ ਗੱਲ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਤੱਥ ਰੱਖਦੇ ਆ ਕਿ ਉਹਨਾਂ ਦੇ ਦਾਦਾ ਜੀ ਨੇ ਕਦੇ ਅਸਤੀਫਾ ਨਹੀਂ ਦਿੱਤਾ ਤੇ ਮੁੱਖ ਮੰਤਰੀ ਸਾਹਿਬ ਝੂਠ ਬੋਲ ਰਹੇ ਆ ਕਿ 57 ਤੋਂ ਬਾਅਦ ਅਸਤੀਫਾ ਦਿੱਤਾ। ਉਹ ਕਹਿੰਦੇ ਆ ਕਿ 62 ਤੱਕ ਤਾਂ ਉਹ ਰਹੇ ਰਹੇ ਆ। ਔਰ ਦੂਜੀ ਗੱਲ ਉਹ ਕਹਿੰਦੇ ਕਿ ਅਸਤੀਫਾ ਦੇਣ ਤੋਂ ਬਾਅਦ ਮਿੰਨਤਾਂ ਕਰਕੇ ਅੰਬੈਸਡਰ ਲੱਗੀ, ਜਦ ਕਿ ਅੰਬੈਸਡਰ ਉਹ 1947 ਤੋਂ 1949 ਤੱਕ ਰਹੇ। ਦੋਵੇਂ ਗੱਲਾਂ ਝੂਠ ਨੇ। ਚਲੋ ਜੇ ਇੱਕ ਸਕਿੰਟ ਦੇ ਲਈ ਮੁੱਖ ਮੰਤਰੀ ਸਾਹਿਬ ਦੀ ਗੱਲ ਮੰਨ ਵੀ ਲਈਏ, ਸਾਰੀ ਗੱਲ ਜੋ ਮੁੱਖ ਮੰਤਰੀ ਸਾਹਿਬ ਕਹਿੰਦੇ ਅੱਜ ਉਹਨਾਂ ਨੇ ਦੱਸਤਾ, ਕਹਿੰਦੇ ਜੀ ਚਲੋ ਘੋੜੇ ਜਿਹੜੇ ਉਹ ਖੜੇ ਆ ਗੋਰਖਪੁਰ ਫਾਰਮ ਤੇ, ਪਰ ਹੁਣ ਆਏ ਦੱਸ ਦੇਣ ਮੁੱਖ ਮੰਤਰੀ ਸਾਹਿਬ ਵੀ ਹੁਣ ਤੁਸੀਂ ਦੱਸਤਾ ਕਿ ਗੋਰਖਪੁਰ ਫਾਰਮ ਤੇ ਘੋੜੇ ਖੜੇ ਆ ਤੇ ਹੁਣ ਤੁਸੀਂ ਮੁੱਖ ਮੰਤਰੀ ਸਾਹਿਬ ਇਹ ਵੀ ਦੱਸ ਦਿਓ ਕਿ ਹੁਣ ਕਿਸਾਨਾਂ ਦਾ ਕਰਜ਼ਾ ਮਾਫ ਹੋ ਗਿਆ, ਪੰਜਾਬ ਦਾ ਸਿਰੋਂ ਜਿਹੜਾ ਕਰਜ਼ਾ ਸੀ ਉਹ ਲੈ ਗਿਆ, ਕੱਚੇ ਮਾਸਟਰ ਜਿਹੜੇ ਆ ਜਿਨ੍ਹਾਂ ਨੂੰ ਤੁਸੀਂ ਕੁੱਟਦੇ ਹੋ ਉਹ ਪੱਕੇ ਹੋ ਗਏ ਹੈ, ਜਿਹੜੇ ਤੁਹਾਡੇ ਘਰਾਂ ਦੇ ਬਾਹਰ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਜਿਹੜੇ ਆ ਉਹ ਲਾ ਕੇ ਬੈਠੀਆਂ ਧਰਨੇ
ਉਹ ਜਿਹੜੀਆਂ ਕੀ ਕਹਿੰਦੇ ਆ ਕਿ ਉਹ ਸਾਰੀ ਦੀਆਂ ਸਾਰੀਆਂ ਹੁਣ ਉਹਨਾਂ ਦੀਆਂ ਮੰਗਾਂ ਪੂਰੀਆਂ ਹੋ ਗਈਆਂ। ਹੁਣ ਦੱਸ ਦਿਓ ਕਿ ਪੰਜਾਬ ਦੇ ਸਿਰੋਂ ਸਾਰਾ ਕਰਜ਼ਾ ਲੈ ਗਿਆ ਹੈ, ਖੇਤੀ ਲਾਹੇਵੰਦ ਹੋ ਗਈ ਪੰਜਾਬ ਦੀ ਹੁਣ ਹੈ, ਜਿਹੜੀ MSP ਮਿਲ ਗਈ ਉਹਨਾਂ ਨੂੰ ਹੈ, ਗੰਨੇ ਦਾ ਭਾਅ ਵੱਧ ਗਿਆ। ਇਹ ਦੱਸਣ ਦੇ ਨਾਲ ਕੀ ਫਾਇਦਾ ਕੀ ਹੋਇਆ? ਮੁੱਖ ਮੰਤਰੀ ਸਾਹਿਬ ਇਹ ਦੱਸਣ ਕਿ ਫਾਇਦਾ ਕੀ ਹੋਇਆ। ਮੁੱਖ ਮੰਤਰੀ ਸਾਹਿਬ ਇਹ ਵੀ ਦੱਸਣ ਕਿ 1 ਨਵੰਬਰ ਦੀ ਡਿਬੇਟ ਦਾ ਕੀ ਫਾਇਦਾ ਹੋਇਆ, ਮੁੱਖ ਮੰਤਰੀ ਸਾਹਿਬ ਦੱਸਣ। ਪਰ ਹੁਣ ਗੱਲ ਇਹ ਹੈ ਕਿ ਮੁੱਖ ਮੰਤਰੀ, ਮੈਂ ਆਪਾਂ ਉਦਣ ਵੀ ਬਠੋਈ ਸਾਹਿਬ ਗੱਲ ਕਰ ਰਹੇ ਸੀ ਪ੍ਰੋਗਰਾਮ ਦੇ ਵਿੱਚ, ਬੜੇ ਤਰੀਕੇ ਦੇ ਨਾਲ ਆਪਾਂ ਸਾਰੀ ਜਿਹੜੀ ਗੱਲ ਸਮਝਾਈ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਕੋਲੇ ਲੋਕਾਂ ਦੀਆਂ ਗੱਲਾਂ ਦਾ ਜਵਾਬ ਹੈ ਨਹੀਂਗਾ। ਮੁੱਦੇ ਜਿਹੜੇ ਨੇ ਉਹਨਾਂ ਨੂੰ ਜਿਹੜੀ ਹੱਲ ਨਹੀਂ ਕਰ ਪਾ ਰਹੀ ਸਰਕਾਰ, ਜਿਹਦੇ ਕਰਕੇ ਸਰਕਾਰ ਨੂੰ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦਾ। ਔਰ ਉਸੇ ਚੀਜ਼ਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ, ਮੇਨ ਗੱਲਾਂ ਤੋਂ, ਮੇਨ ਇਸ਼ੂਆਂ ਤੋਂ, ਮੇਨ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਅਜਿਹੀਆਂ ਜਿਹੜੀਆਂ ਬੇਫਜ਼ੂਲ ਦੀਆਂ ਗੱਲਾਂ ਜਿਹੜੀਆਂ ਇਹ ਕਰ ਦਿੰਦੇ ਆ। ਇਹ ਮੈਂ ਨਹੀਂ, ਇਹ ਵਿਰੋਧੀ ਕਹਿੰਦੇ ਆ, ਇਹ ਲੋਕ ਕਹਿੰਦੇ ਆ। ਮਤਲਬ ਮੁੱਖ ਮੰਤਰੀ ਤੇ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਲੱਗ ਰਹੇ ਆ। ਹੁਣ ਤੁਸੀਂ ਦੱਸ ਦਿਓ ਕਿ ਫਾਇਦਾ ਮੁੱਖ ਮੰਤਰੀ ਸਾਹਿਬ ਛੱਡੋ, ਉਹਨਾਂ ਦੇ 92 ਵਿਧਾਇਕਾਂ ਦੇ ਵਿੱਚੋਂ, ਹਾਲਾਂਕਿ ਚਲੋ ਮੈਂ 92 ਨਹੀਂ ਕਹੂੰਗਾ, 99 ਜਾਂ 90 ਹੀ ਕਹੂੰਗਾ, ਕਿਉਂਕਿ ਇੱਕਾ ਦੁੱਕਾ ਵਿਧਾਇਕ ਉਹਨਾਂ ਦੇ ਵਿੱਚੋਂ ਕੁੰਵਰ ਵਿਜੇ ਪ੍ਰਤਾਪ ਵਰਗੇ ਵੀ ਹੈਗੇ ਆ, ਕੁਝ ਹੋਰ ਵੀ ਹੈਗੇ ਆ ਜਿਹੜੇ ਇਹਨਾਂ ਨੂੰ ਗਲਤ ਨੂੰ ਗਲਤ ਕਹਿਣ ਵਾਲੇ ਔਰ ਚੰਗੇ ਬੰਦੇ ਆ। ਹੁਣ ਉਹ ਦੱਸ ਦੇਣ ਮੁੱਖ ਮੰਤਰੀ ਸਾਹਿਬ ਦੇ ਸਮੇਤ ਉਹਨਾਂ ਦੇ 88 99 90 ਜਿੰਨੇ ਵੀ ਵਿਧਾਇਕ ਜਿਹੜੇ ਹੈਗੇ ਆ, ਉਹ ਦੱਸ ਦੇਣ ਇਹ ਗੱਲ ਕਿ ਮੁੱਖ ਮੰਤਰੀ ਸਾਹਿਬ ਦੀ ਅੱਜ ਦੀ ਇਸ ਸਟੇਟਮੈਂਟ ਤੋਂ ਬਾਅਦ ਪੰਜਾਬ ਨੂੰ ਕੀ ਫਾਇਦਾ ਹੋਇਆ ਜੀ, ਕੀ ਫਾਇਦਾ ਹੋਇਆ 1 ਨਵੰਬਰ ਦੀ ਡਿਬੇਟ ਤੋਂ ਬਾਅਦ ਪੰਜਾਬ ਨੂੰ ਕੀ ਫਾਇਦਾ ਹੋਇਆ, ਇਹ ਜਿਹੜਾ ਉਹ ਦੱਸ ਦੇਣ। ਮਤਲਬ ਬੇਹੁਦਾ ਗੱਲਾਂ ਕਰਨ ਦਾ ਫਾਇਦਾ ਕੋਈ ਨਹੀਂ। ਪੰਜਾਬ ਦੇ ਮੁੱਦਿਆਂ ਤੇ ਮੁੱਖ ਮੰਤਰੀ ਸਾਹਿਬ ਨੂੰ ਜਿਹੜੀ ਆ ਉਹ ਗੱਲ ਕਰਨੀ ਚਾਹੀਦੀ ਹੈ, ਸੱਚੀ ਗੱਲ ਕਰਨੀ ਚਾਹੀਦੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਗੋਲਡੀ ਬਰਾੜ ਨੂੰ ਵੀ ਅਸੀਂ ਜਿਹੜਾ ਉਹ ਫੜ ਲਿਆ ਹੈ। ਇਸ ਤੋਂ ਪਹਿਲਾਂ ਕਹਿੰਦੇ ਸੀ ਕਿ BMW ਵੀ ਜਿਹੜੀ ਆ ਪੰਜਾਬ ਦੇ ਵਿੱਚ ਆ ਜਾਣੀ ਹੈ। ਇਸ ਤੋਂ ਪਹਿਲਾਂ ਹੋਰ ਬਥੇਰੀਆਂ ਗੱਲਾਂ ਕਰ ਰਹੇ ਸੀ। ਹੁਣ ਜਿਹੜਾ ਫੈਸਲਾ ਇਹ ਕਰ ਲੈਂਦੇ ਆ ਉਹ ਤੇ ਯੂ ਟਰਨ ਮਾਰਨਾ ਜਿਹੜਾ ਉਹ ਪੈ ਜਾਂਦਾ ਹੈ। ਸਾਰਾ ਕੁਝ ਆਪਾਂ ਨੂੰ ਪਤਾ ਹੀ ਹੈ। ਸਾਰੀਆਂ ਚੀਜ਼ਾਂ ਤੇ ਮਤਲਬ ਮੁੱਖ ਮੰਤਰੀ, ਮੈਂ ਅੱਜ ਆਪਾਂ ਖਬਰ ਕਰਕੇ ਹਟੇ ਹਾਂ ਸਵੇਰ ਦਾ ਪ੍ਰੋਗਰਾਮ ਕਿ ਯੂ ਟਰਨ ਦੇ ਮਸਲਿਆਂ ਤੇ ਵੀ ਮੁੱਖ ਮੰਤਰੀ ਨੇ ਜਿਹੜਾ ਹੈਗਾ ਉਹ ਮੇਰੇ ਖਿਆਲ 'ਚ ਰਿਕਾਰਡ ਬਣਾ ਲੈਣਾ ਕਿ ਆਪਣੇ ਫੈਸਲਿਆਂ ਤੇ ਯੂ ਟਰਨ ਮਾਰਨ ਜਿਹੜੀ ਗੱਲ ਹੈ। ਹੁਣ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹ ਬੁਰੇ ਤਰੀਕੇ ਦੇ ਨਾਲ ਇੱਥੇ ਘਿਰੇ ਆ ਲੋਕਾਂ ਦੇ ਵਿੱਚ। ਜਿਹੜੀ ਆ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਸੀ ਕਿ ਮੈਂ ਏਦਾਂ ਇਹ ਗੱਲ, ਮੁੱਖ ਮੰਤਰੀ ਸਾਹਿਬ ਨੂੰ ਇੱਕ ਗੱਲ ਸਮਝਣੀ ਪਊਗੀ ਕਿ ਇਹ ਗੱਲਾਂ ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋ ਲੋਕਾਂ ਨੂੰ ਉਦੋਂ ਹੀ ਚੰਗੀਆਂ ਲੱਗਦੀਆਂ ਨੇ। ਜਦੋਂ ਤੁਸੀਂ ਸਰਕਾਰ 'ਚ ਆ ਜਾਂਦੇ ਹੋ ਉਦੋਂ ਲੋਕ ਤੁਹਾਡੇ ਤੋਂ ਕੰਮ ਦੀ ਆਸ ਕਰਦੇ ਆ, ਇਹੋ ਜਿਹੀਆਂ ਗੱਲਾਂ ਦੀ ਆਸ ਨਹੀਂ ਕਰਦੇ। ਮੁੱਖ ਮੰਤਰੀ ਸਾਹਿਬ ਨੇ ਅਜਿਹੀਆਂ ਗੱਲਾਂ ਸੁਣਾਈਆਂ ਸੀ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ, ਜਿਹਦੇ ਕਰਕੇ ਥੋੜੇ ਜਿਹੇ ਲੋਕ ਮਗਰ ਲਾ ਲਏ। ਹੁਣ ਮੁੱਖ ਮੰਤਰੀ ਸਾਹਿਬ ਨੂੰ ਸਮਝਣਾ ਪਊਗਾ ਕਿ ਇਹ ਗੱਲਾਂ ਹੁਣ ਤੁਹਾਡੇ ਮੂੰਹੋਂ ਲੋਕ ਨਹੀਂ ਸੁਣਨਾ ਚਾਹੁੰਦੇ। ਹੁਣ ਤੁਹਾਡੇ ਤੋਂ ਲੋਕੀ ਕੰਮ ਦੀ ਆਸ ਕਰਦੇ ਆ। ਮੁੱਖ ਮੰਤਰੀ ਸਾਹਿਬ ਨੇ ਉਦੋਂ ਇਹ ਗੱਲ ਸੋਚੀ ਸੀ ਕਿ ਮੈਂ ਇਹ ਗੱਲ ਕਰੂੰਗਾ, ਸ਼ਾਇਦ ਪਹਿਲਾਂ ਵਾਂਗੂ ਮੇਰੀ ਵਾਈ ਹੋਊਗੀ, ਪਰ ਵਾਈ ਤਾਂ ਹੋਈ ਨਹੀਂ, ਬੇਇੱਜ਼ਤੀ ਹੋ ਗਈ। ਹੁਣ ਗੱਲ ਇਹ ਹੈ ਕਿ ਅੱਜ ਫੇਰ ਵਿਕਰਮ ਸਿੰਘ ਮਜੀਠੀਆ ਨੇ ਠੋਕਵੇਂ ਜਵਾਬ ਦੇ ਦਿੱਤੇ ਆ। ਹੁਣ ਮੁੱਖ ਮੰਤਰੀ ਸਾਹਿਬ ਕੀ ਕਹਿਣਗੇ? ਉਹਦਾ ਰਿਕਾਰਡ ਚੱਕੀ ਫਿਰਦਾ, ਜਾਂ ਤਾਂ ਮੁੱਖ ਮੰਤਰੀ ਸਾਹਿਬ ਕੋਈ ਰਿਕਾਰਡ ਤੇ ਗੱਲ ਕਰਨ। ਹੁਣ ਅਗਲਾ ਤਾਂ ਰਿਕਾਰਡ ਚੱਕੀ ਫਿਰਦਾ। ਵਿਕਰਮ ਸਿੰਘ ਮਜੀਠੀਆ ਕਹਿੰਦਾ ਕਿ ਗਵਰਨਮੈਂਟ ਆਫ ਜਿਹੜੀ ਇੰਡੀਆ ਦੀ ਇੱਕ ਅਫੀਸ਼ੀਅਲ ਵੈਬਸਾਈਟ ਉਹ ਤੇ ਜਾ ਕੇ ਸਾਰਾ ਰਿਕਾਰਡ ਚੈੱਕ ਪਿਆ ਕਰ ਲਓ। ਮੈਂ ਤਾਂ ਹੈਰਾਨ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਦੱਸਣ ਵਾਲੇ ਬੰਦੇ ਨੇ ਜਾਂ ਤਾਂ ਉਹ ਵੀ ਨਹੀਂ ਚੈੱਕ ਕਰ ਰਹੇ ਤੇ ਜਾਂ ਮੁੱਖ ਮੰਤਰੀ ਸਾਹਿਬ ਆਪ ਵੀ ਨਹੀਂ ਚੈੱਕ ਕਰ ਰਹੇ। ਪਤਾ ਨਹੀਂ ਗੱਲ ਕੀ ਹੈ, ਸਮਝੋ ਬਾਹਰ ਕਹਾਣੀ ਹੋਈ ਪਈ ਆ। ਅਗਲਾ ਤੱਥਾਂ ਦੇ ਸਮੇਤ ਬੋਲ ਰਿਹਾ ਤੇ ਤੁਸੀਂ ਤੱਥਾਂ ਤੋਂ ਬਿਨਾਂ ਹੀ ਬੋਲੀ ਜਾ ਰਹੇ ਹੋ। ਹੁਣ ਮੈਨੂੰ ਲੱਗਦਾ ਕਿ ਇੱਥੇ ਮੁੱਖ ਮੰਤਰੀ ਸਾਹਿਬ ਬੁਰੇ ਫਸੇ ਨੇ, ਪਰ ਲੋਕ ਹੁਣ ਇਸ ਮੁੱਦੇ ਨੂੰ ਸੀਰੀਅਸ ਨਹੀਂ ਲੈ ਰਹੇ। ਪਹਿਲੀ ਤਾਂ ਗੱਲ ਇਹ ਮੁੱਦਾ ਹੀ ਨਹੀਂ। ਜਦੋਂ ਫਿਰ ਤੁਸੀਂ ਕਿਸੇ ਨੂੰ ਐਵੇਂ ਬਿਨਾਂ ਗੱਲ ਲਾਲਚ ਨਾ ਕੇ ਘੇਰੋਗੇ ਅਗਲਾ ਤਾਂ ਜਵਾਬ ਦੇਊਗਾ ਹੀ। ਜੀ ਸਿੱਧੂ ਸਾਹਿਬ, ਜਿੱਥੇ ਇੱਕ ਪਾਸੇ ਕਿਹਾ ਗਿਆ ਸੀਗਾ, ਚੈਲੰਜ ਦਿੱਤਾ ਗਿਆ ਸੀਗਾ, ਕੀ ਇਸ ਨਾਲ ਕੋਈ ਵੱਡੀ ਕਾਰਵਾਈ ਵੀ ਕਰਨਗੇ? ਕਿਉਂਕਿ ਉਹਨਾਂ ਨੇ ਦੱਸਤਾ ਦਿੱਤਾ ਵੀ ਇੱਥੇ ਨੇ ਘੋੜੇ। ਨਹੀਂ, ਕਾਰਵਾਈ ਇਹ ਤੇ ਕੀ ਹੋਣੀ ਹੈ? ਤੁਸੀਂ ਮੈਨੂੰ ਦੱਸੋ ਕੀ ਕਾਰਵਾਈ ਹੋਣੀ ਹੈ? ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦੀ ਗੱਲ ਕੀਤੀ ਸੀਗੀ ਕਿ 2 ਕਰੋੜ ਰੁਪਇਆ ਮੰਗਦੇ ਸੀ ਕਿਸੇ ਖਿਡਾਰੀ ਤੋਂ, ਉਹਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ। ਕੀ ਕਾਰਵਾਈ ਹੋਈ ਹੈ ਤੁਸੀਂ ਮੈਨੂੰ ਦੱਸੋ? ਵਿਕਰਮ ਸਿੰਘ ਮਜੀਠੀਆ ਨੂੰ ਇਹ ਚਿੱਟੇ ਦਾ ਤਸਕਰ ਕਹਿੰਦੇ ਸੀ, ਬਾਅਦ ਚ ਮਾਫੀ ਮੰਗੇ। ਕੀ ਕਾਰਵਾਈ ਹੋਈ ਦੱਸੋ? ਹੈ ਬਥੇਰੇ ਹੋਰ ਬੰਦਿਆਂ ਤੇ ਬੱਸਾਂ ਦੀਆਂ ਬਾਡੀਆਂ ਦੀਆਂ ਗੱਲਾਂ ਕਰਦੇ ਆ, ਰਾਜਾ ਵਿੜਿੰਗ ਤੇ ਇਲਜ਼ਾਮ ਲਾਉਂਦੇ ਆ, 20 ਵਾਰੀ ਇਲਜ਼ਾਮ ਲਾਤੇ। ਕੀ ਕਾਰਵਾਈ ਹੋਈ ਹੈ ਦੱਸੋ? ਕਾਰਵਾਈ ਕੋਈ ਨਹੀਂ ਹੋਣੀ। ਤੁਸੀਂ ਮੈਨੂੰ ਦੱਸੋ, ਅਗਲਾ ਕਹੀ ਜਾਂਦਾ। ਹੁਣ ਤੁਸੀਂ ਮੈਨੂੰ ਦੱਸੋ 1957 ਦੇ ਹੁਣ ਤੱਕ ਬਠੋਈ ਸਾਹਿਬ ਫਿਰ ਤਾਂ ਗੱਲ ਆ, ਜਦੋਂ ਘੋੜੇ ਲਿਆਂਦੇ ਆ ਉਦੋਂ ਘੋੜਿਆਂ ਦੀ ਉਮਰ ਜਿਹੜੀ ਆ ਕਿੰਨੀ ਹੋਣੀ ਹੈ? ਹੁਣ 1957 ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਉਮਰ ਜਿਹੜੀ ਆ ਉਹ ਕਿੰਨੀ ਹੋ ਗਈ ਹੋਣੀ ਆ? ਤੇ ਤੁਸੀਂ ਮੈਨੂੰ ਆਪ ਸਿਆਣੇ ਆ, ਬਠੋਈ ਸਾਹਿਬ ਵਾਲੇ ਉੱਥੇ ਖੜੇ ਆ। ਮਤਲਬ ਇਹ ਬਿਨਾਂ ਜਿਹੜੀਆਂ ਗੱਲਾਂ, ਬਿਨਾਂ ਸਿਰ ਪੈਰ ਤੋਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ। ਸਿਰਫ ਮੇਨ ਮਕਸਦ ਇਹ ਹੈ ਕਿ ਜਿਵੇਂ ਸੱਤਾ ਧਿਰ ਦੇ ਵਿੱਚ ਆਉਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ, ਉਹਨਾਂ ਦੀਆਂ ਲੋਕਾਂ ਨੂੰ ਗੱਲਾਂ ਪਸੰਦ ਆਉਂਦੀਆਂ ਸੀ ਇਹੋ ਜਿਹੀਆਂ। ਉਦੋਂ ਸੱਤਾ ਦੇ ਵਿੱਚ ਹੈ ਨਹੀਂ ਸੀ। ਜਦੋਂ ਸੱਤਾ ਦੇ ਵਿੱਚ ਆ ਜਾਂਦੇ ਆ ਲੋਕ ਤੁਹਾਡੇ ਤੋਂ ਗੱਲਾਂ ਦੀ ਨਹੀਂ ਕੰਮ ਦੀ ਆਸ ਕਰਦੇ ਆ। ਤਾਂ ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਕੰਮ ਕਰਨਾ ਚਾਹੀਦਾ, ਨਹੀਂ ਤਾਂ ਇਹਨਾਂ ਗੱਲਾਂ ਕਰਕੇ ਉਹਨਾਂ ਦੀ ਬਦਖੋਈ ਬਹੁਤ ਹੋ ਰਹੀ
ਰਹੀ ਹੈ। ਹੁਣ ਲੋਕ ਉਹਨਾਂ ਦੀਆਂ ਗੱਲਾਂ ਨੂੰ ਸੀਰੀਅਸ ਨਹੀਂ ਲੈਂਦੇ। ਹੁਣ ਨੋਟੀਫਿਕੇਸ਼ਨਾਂ ਨੂੰ ਵੀ ਲੋਕੀ ਸੀਰੀਅਸ ਨਹੀਂ ਲੈਂਦੇ ਕਿ ਪਤਾ ਨਹੀਂ ਕਦੋਂ ਇਹਨਾਂ ਨੇ ਕੋਈ ਯੂ ਟਰਨ ਮਾਰ ਲੈਣਾ। ਇਹ ਤੇ ਕੋਈ ਗੱਲਬਾਤ ਨਹੀਂ ਹੋਣੀ। ਪਹਿਲੀ ਤਾਂ ਗੱਲ ਇਹ ਮੁੱਦਾ ਹੀ ਹੈ ਨਹੀਂ, ਲੋਕਾਂ ਨੂੰ ਵੀ ਸੀਰੀਅਸ ਨਹੀਂ ਲੈਣਾ ਚਾਹੀਦਾ। ਹਾਲਾਂਕਿ ਆਪਾਂ ਵੀ ਖਬਰ ਲਾਉਣੀ ਨਹੀਂ ਸੀ, ਪਰ ਹੁਣ ਜਿਸ ਤਰੀਕੇ ਨਾਲ ਦੋਵਾਂ ਦਾ ਭੇੜ ਹੋ ਗਿਆ ਤਾਂ ਫਿਰ ਲਾਉਣੀ ਬਣਦੀ ਹੈ। ਸੱਚਾਈ ਤਾਂ ਸਾਨੂੰ ਜਿਹੜੇ ਦੱਸਣੀ ਬਣਦੀ ਹੈ। ਜੀ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਸੋ ਜਿੱਥੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਅਵਾ ਠੋਕਿਆ ਗਿਆ ਕਿ ਘੋੜੇ ਉੱਥੇ ਖੜੇ ਨੇ, ਤਾਂ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ 1957 ਤੋਂ ਲੈ ਕੇ ਹੁਣ ਤੱਕ ਉਹਨਾਂ ਘੋੜਿਆਂ ਦੀ ਉਮਰ ਕੀ ਹੋਗੀ, ਕੀ ਅਸਲ ਵਿੱਚ ਉੱਥੇ ਉਹ ਘੋੜੇ ਹੋਣਗੇ? ਤਾਂ ਉਧਰ ਬਿਕਰਮ ਮਜੀਠੀਆ ਨੇ ਵੀ ਠੋਕਮਾ ਜਵਾਬ ਹੈ ਜਿਹੜਾ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਗਿਆ ਹੈ। ਹੋਰ ਜਾਣਕਾਰੀ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟ ਟੀਵੀ ਨਾਲ।